पंजाब दे विच कैप्टन नूं गद्दियों लाउण तो बाद जिहड़ी नवीं कैबिनेट बनी है, नवीं सरकार बनी है, मुख मंत्री चरणजीत सिंह चन्नी दी सरकार बनी है, उस दे विच एक मंत्री बड़े एक्टिव दिखाई दे रहे ने। हालांकि दो नाम ने जिहड़े बहुत ही एक्टिव अजकल हैगे ने। नवा जिहड़ा मंत्राला मिलिया है, काम करन दा चाह भी बहुत हुंदा है ते बहुत चंगी गल है जे तुसीं लोकां दे लई काम कर रहे हो। नाम है अमरिंदर सिंह राजा वड़िंग, ट्रांसपोर्ट मंत्री ने। 21 दिनों का रिपोर्ट कार्ड इन्होंने दिता है ते प्रैस कॉन्फ्रेंस की है चंडीगढ़ दे विच आके। प्रैस कॉन्फ्रेंस दे विच सब तो पहला पंजाब दे लोकां तो माफ़ी मंगी है, कहा कि 4.5 सालां दे विच जिहड़े काम असीं नहीं कर पाए वो काम जिन्हां दे असीं तुहाडे नाल वादे कीते सी, सरकार बनाउण तो पहलां असीं वादे कीते सी पर कई वादे पूरे नहीं होए, उहदे लई कहंदे मैं सारे पंजाबियां तो माफ़ी मंगदा हां। 21 दिनों का रिपोर्ट कार्ड भी इस तो बाद दसदे हां। 258 बसां 258 बसेस ਨੂੰ ਜ਼ਬਤ ਕਰ ਲਿਆ ਗਿਆ ਤੇ ਕਈ ਹੋਰਾਂ ਦੇ ਚਲਾਨ ਕੀਤੇ ਗਏ ਜਿਹੜੀਆਂ ਕਿ ਇੰਪਾਊਂਡ ਕੀਤੀਆਂ ਵੀ ਹੈ। ਪਰ ਵੱਡੀ ਗੱਲ ਇਹ ਹੋਈ ਕਿ ਵਿਰੋਧੀ ਪਾਰਟੀ ਦੇ ਕਿਸੇ ਵੀ ਆਗੂ ਨੇ ਇਹ ਦਾਅਵਾ ਨਹੀਂ ਕੀਤਾ ਕਿ ਇਹ ਗਲਤ ਹੋਇਆ। ਉਹਨਾਂ ਨੇ ਇਹ ਮੰਨਿਆ ਕਿ ਇਹ ਗਲਤੀਆਂ ਸਨ, ਅਸੀਂ ਟੈਕਸ ਪੇ ਨਹੀਂ ਕੀਤਾ, ਇਸ ਕਰਕੇ ਸਾਡੀਆਂ ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਔਰ ਇਹਦੇ ਨਾਲ ਸਰਕਾਰੀ ਖਜ਼ਾਨੇ ਵਿੱਚ 3.29 ਕਰੋੜ ਰੁਪਏ ਦਾ ਸਾਨੂੰ ਜਿਹੜਾ ਕਿ ਟੈਕਸ ਕਲੈਕਸ਼ਨ ਹੋਈ ਹੈ ਹੁਣ ਤੱਕ 3 ਕਰੋੜ 29 ਲੱਖ। ਸੋ ਸਭ ਤੋਂ ਵੱਡੀ ਤੇ ਅਹਿਮ ਗੱਲ 15 ਸਤੰਬਰ ਤੋਂ 30 ਸਤੰਬਰ ਤੱਕ ਸਾਡੇ ਕੋਲੇ ਪੀਆਰਟੀਸੀ ਔਰ ਪਨਬਸ ਦੀ ਜਿਹੜੀ ਬੁਕਿੰਗ ਸੀਗੀ 15 ਤੋਂ 30 ਯਾਨੀ ਕਿ 15 ਦਿਨ ਦੀ ਬੁਕਿੰਗ, ਆਮ ਟਾਕਿੰਗ ਅਬਾਊਟ 15 ਡੇਜ਼, ਉਹ 46.28 ਸੀਗੀ, ਯਾਨੀ ਕਿ 46 ਕਰੋੜ 28 ਲੱਖ 15 ਦਿਨਾਂ ਦੀ ਪੀਆਰਟੀਸੀ ਪਨਬਸ ਦੋਨਾਂ ਦੀ ਪਰ ਡੇ ਕਲੈਕਸ਼ਨ ਤੇ 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ 54 ਕਰੋੜ 26 ਲੱਖ ਡੇਲੀ ਦੀ ਜਿਹੜੀ ਬੁਕਿੰਗ ਹੈ 15 ਦਿਨਾਂ ਦੀ ਬੁਕਿੰਗ। ਇਹਦੇ ਵਿੱਚ ਅਗਰ ਆਮਦਨ ਚ ਵਾਧਾ ਗੱਲ ਕਰੀਏ, ਹਾਂ 15 ਦਿਨ ਪਹਿਲਾਂ 15 ਦਿਨਾਂ ਦੀ ਦੋਵਾਂ ਸਾਡੀ ਕੰਪਨੀਆਂ ਦੀ ਬੁਕਿੰਗ ਸੀਗੀ 46.28। ਹੁਣ ਅਗਰ 1 ਅਕਤੂਬਰ ਤੋਂ 15 ਅਕਤੂਬਰ ਦੀ ਗੱਲ ਕਰੀਏ, ਜਦੋਂ ਮੈਂ ਸੰਭਾਲਿਆ ਕੰਮ ਤਾਂ 54.26, ਯਾਨੀ ਕਿ ਆਮਦਨ ਵਿੱਚ ਵਾਧਾ 7.7 ਕਰੋੜ 98 ਹਾਂਜੀ ਦਾ ਹੋਇਆ। ਤੇ ਵਾਧੇ ਦੀ ਦਰ ਦੀ ਜੇ ਗੱਲ ਕਰੀਏ, ਇੰਨੀ ਤਾਂ ਗਰੋਥ ਕਿਸੇ ਦੀ ਹੋਈ ਨਹੀਂ ਹੋਣੀ। 17.24% ਜਿਹੜਾ ਕਿ ਵਾਧਾ ਹੋਇਆ। 53 ਲੱਖ ਰੁਪਏ ਦਾ ਡੇਲੀ ਬੁਕਿੰਗ ਦੇ ਵਿੱਚ ਸਾਡੀਆਂ ਦੋਨਾਂ ਕੰਪਨੀਆਂ ਨੇ ਵਾਧਾ ਕੀਤਾ। राजा वड़िंग ने अपनियां 21 दिनां दीयां प्राप्तियां दे विच सब तो पहलां तां इह दस्सिया कि सड़कां दे उत्ते जिहड़ियां बिना टैक्स भरे तो बसां चल रहीआं सी, गैर कानूनी बसां चल रहीआं सी, ਉਹ ਕਿੰਨੀਆਂ ਜ਼ਬਤ ਕੀਤੀਆਂ ਨੇ, ਉਹਨਾਂ ਨੂੰ ਕਿੰਨੀਆਂ ਨੂੰ ਸੜਕੋਂ ਲਾਹਿਆ ਹੈ। ਗਿਣਤੀ ਹੈ 258 ਬੱਸਾਂ ਨੂੰ ਕਹਿੰਦੇ ਅਸੀਂ ਜ਼ਬਤ ਕੀਤਾ ਹੈ, ਕਈਆਂ ਨੂੰ ਕੰਪਾਊਂਡ ਕੀਤਾ ਹੈ ਤੇ ਇਹਨਾਂ ਦੇ ਵਿੱਚੋਂ ਕਈ ਬੱਸਾਂ ਦੇ ਚਲਾਨ ਨੇ ਜਿਹੜੇ ਉਹ ਵੀ ਕੀਤੇ ਗਏ ਨੇ। ਕਹਿੰਦੇ ਇੱਕ ਖਾਸ ਗੱਲ ਇਹ ਰਹੀ ਹੈ ਕਿ ਜਿਹੜੀਆਂ ਵੀ ਬੱਸਾਂ ਜ਼ਬਤ ਹੋਈਆਂ ਜਾਂ ਜਿਨ੍ਹਾਂ ਦੇ ਚਲਾਨ ਕੀਤੇ ਗਏ ਨੇ ਉਹ ਭਾਵੇਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਹੁਣ ਕੋਈ ਵੀ ਕੁਸਕਿਆ ਨਹੀਂ ਹੈਗਾ। ਹਰ ਕਿਸੇ ਨੇ ਇਹੀ ਕਿਹਾ ਕਿ ਚੰਗਾ ਕੰਮ ਕੀਤਾ ਹੈ, ਕਿਸੇ ਨੇ ਨਹੀਂ ਕਿਹਾ ਕਿ ਸਾਡੇ ਤੇ ਗਲਤ ਕਾਰਵਾਈ ਹੋਈ ਹੈ, ਯਾਨੀ ਕਿ ਉਹਨਾਂ ਨੇ ਮੰਨਿਆ ਕਿ ਅਸੀਂ ਟੈਕਸ ਨਹੀਂ ਭਰ ਰਹੇ ਸੀ। ਉਸ ਤੋਂ ਬਾਅਦ ਰਾਜਾ ਵੜਿੰਗ ਨੇ ਦੱਸਿਆ ਕਿ 21 ਦਿਨਾਂ ਦੇ ਵਿੱਚ ਟਰਾਂਸਪੋਰਟ ਵਿਭਾਗ ਨੂੰ ਫਾਇਦਾ ਕਿੰਨਾ ਹੋਇਆ ਹੈ। ਉਹਨਾਂ ਦੱਸਿਆ ਕਿ ਸਰਕਾਰੀ ਖਜ਼ਾਨੇ ਵਿੱਚ ਹੁਣ ਤੱਕ 3 ਕਰੋੜ 29 ਲੱਖ ਰੁਪਏ ਦੀ ਟੈਕਸ ਕਲੈਕਸ਼ਨ ਹੈ ਜਿਹੜੀ ਇੰਨੇ ਦਿਨਾਂ ਦੇ ਵਿੱਚ ਹੋ ਚੁੱਕੀ ਹੈ ਤੇ ਵੱਡੀਆਂ ਕੰਪਨੀਆਂ ਨੇ 25% ਟੈਕਸ ਹੈ ਸਾਨੂੰ ਅਦਾ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਦੱਸਿਆ ਕਿ 15 ਸਤੰਬਰ ਤੋਂ 30 ਸਤੰਬਰ ਤੱਕ, ਯਾਨੀ ਕਿ ਜਦੋਂ ਰਾਜਾ ਵੜਿੰਗ ਨੇ ਇਹ ਅਹੁਦਾ ਨਹੀਂ ਸੰਭਿਆ ਸੀ ਉਸ ਤੋਂ ਪਹਿਲਾਂ ਤੱਕ ਪੀਆਰਟੀਸੀ ਅਤੇ ਪਨਬਸ ਦੀ ਬੁਕਿੰਗ, ਯਾਨੀ ਕਿ ਪਿਛਲੇ 15 ਦਿਨਾਂ ਦੀ, ਜਦੋਂ ਤੋਂ ਰਾਜਾ ਵੜਿੰਗ ਨੇ ਅਹੁਦਾ ਸੰਭਿਆ ਉਸ ਤੋਂ ਪਿਛਲੇ 15 ਦਿਨਾਂ ਦੀ ਬੁਕਿੰਗ 46 ਕਰੋੜ 28 ਲੱਖ ਸੀ। 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ ਜਿਹੜੀ ਇਹ ਬੁਕਿੰਗ ਹੈ ਪੀਆਰਟੀਸੀ ਤੇ ਪਨਬਸ ਦੀ ਉਹ ਹੈ 54 ਕਰੋੜ 26 ਲੱਖ ਤੇ ਇਹ ਬੁਕਿੰਗ ਹਰ ਦਿਨ ਦੀ ਬੁਕਿੰਗ ਹੈ, 15 ਦਿਨਾਂ ਦੀ ਬੁਕਿੰਗ ਨਹੀਂ, ਹਰ ਦਿਨ ਜਿਹੜੀ ਇੰਨੀ ਬੁਕਿੰਗ ਹੈ ਉਹ ਹੋ ਰਹੀ ਹੈ। ਇਹਦੇ ਨਾਲ ਕਹਿੰਦੇ ਸਾਨੂੰ 17.24% ਦਾ ਵਾਧਾ ਹੋਇਆ ਹੈ ਤੇ ਦੋਵਾਂ ਕੰਪਨੀਆਂ ਨੇ ਰੋਜ਼ਾਨਾ ਆਮਦਨ ਦੇ ਵਿੱਚ 53 ਲੱਖ ਰੁਪਏ ਪ੍ਰਤੀ ਦਿਨ ਬੁਕਿੰਗ ਦੇ ਵਿੱਚ ਵਾਧਾ ਦਰਜ ਕੀਤਾ ਹੈ। ਇਹ ਪ੍ਰਾਪਤੀ ਰਾਜਾ ਵੜਿੰਗ ਨੇ ਦੱਸੀ ਹੈ। ਯਾਨੀ ਕਿ ਜਿਹੜੇ ਗੈਰ ਕਾਨੂੰਨੀ ਕੰਮ ਸੀਗੇ ਟਰਾਂਸਪੋਰਟ ਵਿਭਾਗ ਦੇ ਵਿੱਚ ਚੱਲਦੇ ਉਹ ਵੀ ਹੌਲੀ ਹੌਲੀ ਉਹਨਾਂ ਤੇ ਵੀ ਨਕੇਲ ਕਸਣੀ ਸ਼ੁਰੂ ਕਰ ਦਿੱਤੀ ਹੈ ਵਿਭਾਗ ਨੇ, ਅਤੇ ਨਾਲ ਹੀ ਜਦੋਂ ਗਲਤ ਕੰਮ ਜਿਹੜੇ
ਜਿਹੜੇ ਹੈਗੇ ਨੇ ਟੈਕਸ ਚੋਰੀ ਵਰਗੇ ਕੰਮ ਨੇ ਉਹ ਜਦੋਂ ਬੰਦ ਹੋਣਗੇ, ਉਹਨਾਂ ਦੇ ਉੱਤੇ ਨਕੇਲ ਕਸੀ ਜਾਊਗੀ ਤਾਂ ਜ਼ਾਹਿਰ ਤੌਰ ਤੇ ਵਿਭਾਗ ਨੂੰ ਜਿਹੜਾ ਹੈਗਾ ਫਾਇਦਾ ਤਾਂ ਹੋਏਗਾ ਹੀ ਹੋਏਗਾ ਤੇ ਉਹ ਕਹਿੰਦੇ ਦਿਖਣਾ ਸ਼ੁਰੂ ਹੋ ਗਿਆ। ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਬਣਾਉਣ 30 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡਸ, ਜਿਨ੍ਹਾਂ ਦੇ ਟੈਂਡਰਸ ਹੋ ਗਏ ਆ, ਕਈਆਂ ਦੇ ਟੈਂਡਰਸ ਹੋ ਗਏ ਨੇ, ਕੁਝ ਦੇ ਟੈਂਡਰਸ ਰਹਿੰਦੇ ਨੇ। ਅਸੀਂ ਤਕਰੀਬਨ 3-4 ਦਿਨਾਂ ਦੇ ਵਿੱਚ 52 ਨਵੇਂ ਬੱਸ ਅੱਡੇ ਤੇ 70 ਬੱਸ ਅੱਡਿਆਂ ਦਾ ਨਵੀਨੀਕਰਨ ਕਰ ਰਹੇ ਹਾਂ। ਸੋ ਇਹਦੇ ਤੇ ਅਸੀਂ 81 ਕਰੋੜ ਰੁਪਇਆ ਲਾਉਣਾ ਹੈ। ਇਹ तमाम ਜਿਹੜੇ ਕੰਮ ਹੈ ਅਸੀਂ ਇਹਨਾਂ ਨੂੰ ਚੌਥੇ ਮੁਤਾਬਕ ਜਿਹੜਾ ਲੇਟ ਹੋਏਗਾ, ਜੇ ਕੋਈ ਲੇਟ ਹੋਏਗਾ ਉਹਨੂੰ ਅਸੀਂ ਜੁਰਮਾਨਾ ਪਾਵਾਂਗੇ 7 ਦਿਨਾਂ ਦੇ ਅੰਦਰ ਅੰਦਰ। ਜਿਹੜਾ 7 ਡੇਜ਼ ਔਰ 15 ਡੇਜ਼ 3 ਡੇਜ਼ ਦਾ ਡਿਸਪੈਚ ਦਾ ਸਮਾਂ ਅਸੀਂ 3 ਦਿਨਾਂ ਚ ਉਹਦਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਡਿਸਪੈਚ ਕਰਾਂਗੇ। ਅਗਰ 3 ਦਿਨਾਂ ਤੋਂ ਬਾਅਦ ਡਿਲੇ ਕਰੇਗਾ ਉਹ। ਰਾਜਾ ਵੜਿੰਗ ਨੇ ਇਹ ਵੀ ਐਲਾਨ ਕੀਤਾ ਕਿ 842 ਜਿਹੜੀਆਂ ਨਵੀਆਂ ਬੱਸਾਂ ਨੇ ਉਹ ਹੁਣ ਪੰਜਾਬ ਦੀਆਂ ਸੜਕਾਂ ਤੇ ਦੌੜਨਗੀਆਂ। ਟਾਟਾ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਹੈ। ਪੰਜਾਬ ਰੋਡਵੇਜ਼ ਦੀਆਂ ਦੇ ਵਿੱਚ 587 ਬੱਸਾਂ ਹੋਣਗੀਆਂ ਤੇ ਪੀਆਰਟੀਸੀ ਦੀਆਂ 255 ਬੱਸਾਂ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਜਦੋਂ ਵੀ ਗੱਲ ਕਰਦੀ ਹੁੰਦੀ ਹੈ ਸਰਕਾਰੀ ਕੰਮ ਦੀ ਹੀ ਗੱਲ ਕਰਦੀ ਹੈ, ਯਾਨੀ ਕਿ ਸਰਕਾਰੀ ਬੱਸਾਂ ਹੀ ਹੋਣਗੀਆਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ। ਤੇ ਜੇ 842 ਬੱਸਾਂ ਹੋਣਗੀਆਂ ਤਾਂ ਉਹਨੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਕਰਕੇ 800 ਡਰਾਈਵਰਾਂ ਤੇ ਕੰਡਕਟਰਾਂ ਤੇ ਹੋਰ ਸਟਾਫ ਦੀ ਜਿਹੜੀ ਭਰਤੀ ਹੈ ਉਹ ਸ਼ੁਰੂ ਕਰ ਦਿੱਤੀ ਜਾਏਗੀ। ਪਰ ਨਾਲ ਹੀ ਇਹ ਵੀ ਦੱਸਿਆ ਕਿ ਬੱਸਾਂ ਆਉਣ ਤੋਂ ਪਹਿਲਾਂ ਇਹਨਾਂ ਨੂੰ ਕੰਟਰੈਕਟ ਤੇ ਭਰਤੀ ਕਰ ਲਿਆ ਜਾਵੇਗਾ। ਤੇ ਹੁਣ ਇਹ ਨਾ ਹੋਵੇ ਕਿਤੇ ਕਿ ਕੰਟਰੈਕਟ ਵਾਲੇ ਜਿਹੜੇ ਹੁਣ ਤੱਕ ਵੀ ਰੋ ਰਹੇ ਨੇ, ਉਹ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਪੱਕਾ ਕੀਤਾ ਜਾਵੇ, ਕਿਤੇ ਰਾਜਾ ਵੜਿੰਗ ਵੀ ਉਹਨਾਂ ਦੇ ਨਾਲ ਉਹੀ ਹਾਲ ਨਾ ਕਰਨ। ਪਰ ਜਿਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਲੱਗਦਾ ਨਹੀਂ ਕਿ ਅਜਿਹਾ ਹੋਵੇਗਾ। ਕਿਹਾ ਕਿ ਪਹਿਲਾਂ ਕੰਟਰੈਕਟ ਭਰਤੀ ਕਰਾਂਗੇ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਊਗਾ ਤੇ 45 ਦਿਨਾਂ ਦੇ ਅੰਦਰ ਅੰਦਰ ਇਹ ਬੱਸਾਂ ਮਿਲ ਜਾਣਗੀਆਂ। ਪਰ ਇਹ ਕਾਫੀ ਚੈਲੰਜਿੰਗ ਕੰਮ ਜ਼ਰੂਰ ਹੋਏਗਾ ਕਿ ਕੰਟਰੈਕਟ ਤੇ ਭਰਤੀ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਰੈਗੂਲਰ ਕਰਨਾ, ਕਿਤੇ ਇਹ ਅਗਲੇ ਪਲਾਨ ਦੇ ਵਿੱਚ ਨਾ ਕੰਮ ਚਲਾ ਜਾਵੇ, ਕਿਉਂਕਿ ਸਰਕਾਰ ਦੇ ਕੋਲ ਦਿਨ ਬੜੇ ਥੋੜੇ ਰਹਿ ਗਏ ਨੇ। ਕੰਮ ਬਹੁਤ ਹੀ ਤੇਜ਼ੀ ਦੇ ਨਾਲ ਕਰਨ ਦੀ ਜ਼ਰੂਰ ਲੋੜ ਹੋਏਗੀ। ਮਹਿਜ਼ 3 ਮਹੀਨੇ ਜਿਹੜੇ ਹੈਗੇ ਨੇ, 3-4 ਮਹੀਨੇ, ਕਿਉਂਕਿ ਮਾਰਚ ਦੇ ਵਿੱਚ ਜੇ ਵੋਟਾਂ ਹੋਣੀਆਂ ਨੇ ਤਾਂ ਨਵੰਬਰ, ਦਸੰਬਰ, ਜਨਵਰੀ, ਫਰਵਰੀ 4 ਮਹੀਨੇ ਰਹਿ ਗਏ ਨੇ। ਜ਼ਾਬਤਾ ਜਿਹੜਾ ਪਹਿਲਾਂ ਹੀ ਲੱਗ ਜਾਂਦਾ ਹੁੰਦਾ, ਇਸ ਕਰਕੇ ਕੰਮ ਦੇ ਆਪਾਂ ਕਹਿ ਸਕਦੇ ਹਾਂ ਕਿ 2 ਤੋਂ 2.5 ਮਹੀਨੇ ਨੇ ਸਰਕਾਰ ਕੋਲ ਕੰਮ ਕਰਨ ਦੇ। ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਬਣਾਉਣ 30 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡਸ, ਜਿਨ੍ਹਾਂ ਦੇ ਟੈਂਡਰਸ ਹੋ ਗਏ ਆ, ਕਈਆਂ ਦੇ ਟੈਂਡਰਸ ਹੋ ਗਏ ਨੇ, ਕੁਝ ਦੇ ਟੈਂਡਰਸ ਰਹਿੰਦੇ ਨੇ। ਅਸੀਂ ਤਕਰੀਬਨ 3-4 ਦਿਨਾਂ ਦੇ ਵਿੱਚ 52 ਨਵੇਂ ਬੱਸ ਅੱਡੇ ਤੇ 70 ਬੱਸ ਅੱਡਿਆਂ ਦਾ ਨਵੀਨੀਕਰਨ ਕਰ ਰਹੇ ਹਾਂ। ਸੋ ਇਹਦੇ ਤੇ ਅਸੀਂ 81 ਕਰੋੜ ਰੁਪਇਆ ਲਾਉਣਾ ਹੈ। ਇਹ तमाम ਜਿਹੜੇ ਕੰਮ ਹੈ ਅਸੀਂ ਇਹਨਾਂ ਨੂੰ ਚੌਥੇ ਮੁਤਾਬਕ ਜਿਹੜਾ ਲੇਟ ਹੋਏਗਾ, ਜੇ ਕੋਈ ਲੇਟ ਹੋਏਗਾ ਉਹਨੂੰ ਅਸੀਂ ਜੁਰਮਾਨਾ ਪਾਵਾਂਗੇ 7 ਦਿਨਾਂ ਦੇ ਅੰਦਰ ਅੰਦਰ। ਜਿਹੜਾ 7 ਡੇਜ਼ ਔਰ 15 ਡੇਜ਼ 3 ਡੇਜ਼ ਦਾ ਡਿਸਪੈਚ ਦਾ ਸਮਾਂ ਅਸੀਂ 3 ਦਿਨਾਂ ਚ ਉਹਦਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਡਿਸਪੈਚ ਕਰਾਂਗੇ। ਅਗਰ 3 ਦਿਨਾਂ ਤੋਂ ਬਾਅਦ ਡਿਲੇ ਕਰੇਗਾ ਉਹ। ਡਰਾਈਵਿੰਗ ਲਾਇਸੈਂਸ ਸਰਟੀਫਿਕੇਟਸ ਅਤੇ ਆਰਟੀਏ ਦੇ ਦਫ਼ਤਰ ਵਿੱਚ ਹੋਰ ਕਈ ਪੈਂਡੈਂਸੀ ਬਹੁਤ ਪਈ ਹੈ। ਜਦੋਂ ਅਸੀਂ ਇਹਨੂੰ ਇੱਥੇ ਸੈਂਟਰਲਾਈਜ਼ ਕੀਤਾ, ਇੱਥੇ ਸਾਡੀ ਹੁਣ ਪ੍ਰਿੰਟਿੰਗ ਹੁੰਦੀ ਹੈ ਰਜਿਸਟ੍ਰੇਸ਼ਨ ਦੀ ਤੇ ਉਹਦੀ ਕਾਪੀ ਲਾਇਸੈਂਸ ਦੀ, ਪਰ ਲੇਕਿਨ ਪੁਰਾਣਾ ਉਸ ਤੋਂ ਪਹਿਲਾਂ ਦੀਆਂ ਕਈ ਪੈਂਡੈਂਸੀ ਪਈਆਂ, ਕਈ ਸ਼ਿਕਾਇਤਾਂ ਸਾਨੂੰ ਮਿਲੀਆਂ। ਸੋ ਅਸੀਂ ਹੁਣ ਪੈਂਡੈਂਸੀ ਮੇਲਾ ਲਾ ਰਹੇ ਹਾਂ। ਸੋ ਅਸੀਂ ਸਟਾਰਟ ਕਰ ਰਹੇ ਹਾਂ ਮੁਕਤਸਰ ਸਾਹਿਬ ਤੋਂ ਇਹਦਾ ਪਾਇਲਟ। ਵੱਖ-ਵੱਖ ਯੂਨੀਅਨਸ ਮਿਲੀਆਂ ਸਾਨੂੰ, ਤੁਸੀਂ ਦੇਖਿਆ ਹੋਣਾ ਕਿ ਪੀਆਰਟੀਸੀ ਯੂਨੀਅਨ ਦੇ ਪਹਿਲਾਂ ਧਰਨੇ ਵਰਨੇ ਲੱਗੇ ਸੀ, ਸਾਰਾ ਕੁਝ। ਅਸੀਂ ਇਹ ਫੈਸਲਾ ਕਰਤਾ ਕਿ तमाम ਉਹਨਾਂ ਲੋਕਾਂ ਦੀ ਤਨਖਾਹ ਦੇ ਵਿੱਚ 30% ਵਾਧਾ, ਜਿਹੜਾ ਕਿ ਇਸੇ ਮਹੀਨੇ ਤੋਂ ਅਸੀਂ ਦੇਣ ਜਾ ਰਹੇ ਹਾਂ, ਤੇ 5% ਇਨਕਰੀਮੈਂਟ ਹਰ ਸਾਲ ਉਹਨਾਂ ਦੀ ਤਨਖਾਹ ਦੇ ਵਿੱਚ, ਕਿਉਂਕਿ ਉਹਨਾਂ ਤੋਂ ਬਿਨਾਂ ਅਸੀਂ ਉਹ ਅਧੂਰੇ ਹਾਂ। ਔਰ ਮੈਨੂੰ ਲੱਗਦਾ ਮਹਿੰਗਾਈ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਨੂੰ ਇਹ ਜ਼ਰੂਰਤ ਸੀਗੀ। ਸੋ ਇਹ ਬੜੀ ਪਹਿਲ ਕਦਮੀ ਹੈ। ਮੁੱਖ ਮੰਤਰੀ ਸਾਹਿਬ ਨਾਲ ਮਿਲ ਕੇ ਉਹਨਾਂ ਦੀ ਮੀਟਿੰਗ ਕਰਾ ਕੇ ਇਹ ਫੈਸਲਾ ਬਿਲਕੁਲ ਰਿਜ਼ੋਲਵ ਹੋ ਚੁੱਕਿਆ। ਤਾਂ ਹੀ ਤੁਸੀਂ ਦੇਖਿਆ ਹੋਣਾ ਕਿਸੇ ਪ੍ਰਕਾਰ ਦਾ ਕੋਈ ਧਰਨਾ ਜਿਹੜਾ ਉਹ ਨਹੀਂ ਹੈ। ਔਰ ਇਸੇ ਮਹੀਨੇ ਤੋਂ ਉਹਨਾਂ ਦੀ ਤਨਖਾਹ ਦੇ ਵਿੱਚ ਅਸੀਂ ਵਾਧੇ ਨਾਲ 30% ਤਨਖਾਹ ਉਹਨਾਂ ਦੀ ਪਾਵਾਂਗੇ। ਪਹਿਲਾਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉੱਪਰ ਤੰਬਾਕੂ, ਪਾਨ ਮਸਾਲਾ ਆਦਿ ਦੇ ਇਸ਼ਤਿਹਾਰ ਲੱਗ ਜਾਂਦੇ ਸੀ, ਐਡਵਰਟਾਈਜ਼ਮੈਂਟ। ਸੋ ਅਸੀਂ ਉਹ ਫੈਸਲਾ ਲਿਆ। ਪੀਐਮ ਲੈਵਲ, ਸਾਡੇ ਐਮਡੀ ਲੈਵਲ ਦੇ तमाम ਲੋਕਾਂ ਨੇ, ਅਸੀਂ ਆਪ ਖੁਦ ਜਾ ਕੇ ਉਹ ਬੱਸ ਸਟੈਂਡ ਦੀ ਜਿਹੜਾ ਸਾਫ਼ ਸੁਥਰਾ ਵਾਤਾਵਰਨ ਹੁਣ ਬਣਾਇਆ। ਇਹ ਨਹੀਂ ਹੈ ਕਿ 15 ਦਿਨ ਬਾਅਦ ਸਫਾਈ ਹੋਗੀ, ਸਫਾਈ ਰੋਜ਼ ਹੋਇਆ ਕਰੇਗੀ, ਲੇਕਿਨ ਇੱਕ ਸਫਾਈ ਦੀ ਇਸ ਤਰ੍ਹਾਂ ਮੁਹਿੰਮ ਹਰ 15 ਦਿਨਾਂ ਬਾਅਦ ਅਸੀਂ ਸੰਡੇ ਵਾਲੇ ਦਿਨ 2-3 ਘੰਟੇ ਲਾ ਕੇ ਇਹ ਕਰਿਆ ਕਰਾਂਗੇ। ਸੋ ਦੈਟ ਇਟਸ ਅ ਸਿੰਬੋਲਿਕ ਮੈਸੇਜ ਕਿ ਜਿੱਥੇ ਲੋਕਾਂ ਦੀ ਇੰਨੀ ਫੁੱਟਬਾਲ ਹੈ, ਪਬਲਿਕ ਆਉਂਦੀ ਹੈ, ਉੱਥੇ ਸਾਫ਼ ਸੁਥਰਾ ਵਾਤਾਵਰਨ ਹੋਣਾ ਚਾਹੀਦਾ। ਔਰ ਤੁਸੀਂ
ਦੇਖਿਆ ਹੋਏਗਾ ਮਗਰਲੇ 15 ਦਿਨਾਂ 'ਚ ਕਾਫੀ ਅਸੀਂ ਇਹ ਤਾਂ ਨਹੀਂ ਕਵਾਂਗੇ ਕਿ ਇਟਸ ਨਾਓ ਆਈ ਐਮ ਸੈਟੀਸਫਾਈਡ ਲੇਕਿਨ ਉਹਦੇ ਵਿੱਚ ਹੋਰ ਸੁਧਾਰ ਕਰਾਂਗੇ। ਟਰਾਂਸਪੋਰਟ ਮੰਤਰੀ ਨੇ ਕਈ ਹੋਰ ਐਲਾਨ ਨੇ ਜਿਹੜੇ ਉਹ ਵੀ ਕੀਤੇ ਨੇ। ਇੱਕ ਤਾਂ ਇਹ ਹੈਗਾ ਕਿ ਜਿਹੜੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ, ਪੀਆਰਟੀਸੀ ਪਨ ਬੱਸ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਹੜਤਾਲ ਤੇ ਚੱਲਦੇ ਆ ਰਹੇ ਨੇ, ਉਹਨਾਂ ਦੀ ਤਨਖਾਹ ਵਿੱਚ 30% ਵਾਧੇ ਦਾ ਐਲਾਨ ਕਹਿੰਦੇ ਇਸੇ ਮਹੀਨੇ ਤੋਂ ਹੋ ਜਾਏਗਾ ਤੇ ਉਹਨਾਂ ਦੀ ਤਨਖਾਹ ਵਿੱਚ ਹਰ ਸਾਲ 5% ਇਨਕਰੀਮੈਂਟ ਕਰਨ ਦਾ ਵੀ ਐਲਾਨ ਕੀਤਾ ਹੈ, ਯਾਨੀ ਕਿ 5% ਵਾਧਾ ਹਰ ਸਾਲ ਹੋਇਆ ਕਰੇਗਾ, ਇੱਕੋ ਵਾਰੀ ਜਿਹੜਾ 30% ਵਾਧਾ ਹੋਏਗਾ। ਪੰਜਾਬ ਦੇ ਵਿੱਚ 70 ਬੱਸ ਅੱਡਿਆਂ ਦਾ ਨਵੀਨੀਕਰਨ ਕੀਤਾ ਜਾਏਗਾ। ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਦੇ ਲਈ 30 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਰਾਖਵੀਂ ਰੱਖ ਦਿੱਤੀ ਗਈ ਹੈ। ਕਈਆਂ ਦੇ ਟੈਂਡਰ ਹੋ ਗਏ ਨੇ, ਕਈਆਂ ਦੇ ਰਹਿੰਦੇ ਨੇ, ਯਾਨੀ ਕਿ ਕਈਆਂ ਦਾ ਕੰਮ ਹੈ ਜਿਹੜਾ ਉਹ ਜਲਦੀ ਸ਼ੁਰੂ ਹੋਣ ਵਾਲਾ ਹੈ। ਇੱਕ ਤੀਜਾ ਐਲਾਨ ਉਹਨਾਂ ਨੇ ਇਹ ਕੀਤਾ ਹੈ, ਦੀਵਾਲੀ ਤੋਂ ਪਹਿਲਾਂ ਕਹਿੰਦੇ ਅਸੀਂ ਪੈਂਡੈਂਸੀ ਮੇਲਾ ਲਾ ਰਹੇ ਹਾਂ। ਸ਼ੁਰੂਆਤ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਜਾਏਗੀ, ਆਪਣੇ ਹਲਕੇ ਦੇ ਨੇੜਿਓਂ ਕਰਨਗੇ ਗਿੱਦੜਬਾਹਾ ਤੋਂ, ਕਿਉਂਕਿ ਕਹਿੰਦੇ ਡਰਾਈਵਿੰਗ ਲਾਇਸੈਂਸ ਸਰਟੀਫਿਕੇਟ ਤੇ ਹੋਰ ਕਈ ਦਸਤਾਵੇਜ਼ਾਂ ਦੀ ਪੈਂਡੈਂਸੀ ਬਹੁਤ ਪਈ ਹੈ, ਇਸ ਕਰਕੇ ਅਸੀਂ ਮੇਲਾ ਲਾ ਕੇ ਲੋਕਾਂ ਦੇ ਉਹ ਕੰਮ ਸੌਖੇ ਕਰ ਦਾਂਗੇ ਤੇ ਪੂਰੇ ਕਰ ਦਾਂਗੇ। ਇੱਕ ਖਾਸ ਜਿਹੜਾ ਧਿਆਨ ਰੱਖਿਆ ਜਾਏਗਾ ਸਾਫ਼ ਸਫਾਈ ਦਾ। ਬੱਸ ਅੱਡਿਆਂ ਦੇ ਉੱਤੇ ਸਫਾਈ ਹੈ ਜਿਹੜੀ ਉਹ ਰੋਜ਼ਾਨਾ ਹੋਇਆ ਕਰੇਗੀ, ਪਰ ਕਹਿੰਦੇ ਅਸੀਂ ਹਰ 15 ਦਿਨਾਂ ਦੇ ਬਾਅਦ ਐਤਵਾਰ ਨੂੰ ਬੱਸ ਅੱਡਿਆਂ ਤੇ 2-3 ਘੰਟੇ ਲਾ ਕੇ ਸਫਾਈ ਮੁਹਿੰਮ ਹੈ ਜਿਹੜੀ ਉਹ ਚਲਾਇਆ ਕਰਾਂਗੇ। ਹੁਣ ਤੱਕ ਬੱਸ ਅੱਡਿਆਂ ਤੇ ਸਫਾਈ ਦਾ ਚੰਗਾ ਮਾਹੌਲ ਹੈ ਜਿਹੜਾ ਉਹ ਬਣਾ ਦਿੱਤਾ ਗਿਆ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਟਰਾਂਸਪੋਰਟ ਮੰਤਰੀ ਜਿਹੜੇ ਵੀ ਬੱਸ ਅੱਡੇ ਦਾ ਦੌਰਾ ਕਰਦੇ ਨੇ, ਉੱਥੇ ਜੇ ਗੰਦ ਕਚਰਾ ਉਹਨਾਂ ਨੂੰ ਦਿਖੇ ਤਾਂ ਉਹ ਖੁਦ ਉਹਦੀ ਸਫਾਈ ਕਰਨ ਲੱਗ ਜਾਂਦੇ ਨੇ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਪਾਂ ਦੇਖ ਲਈ ਕਿ ਰੇਲਵੇ ਸਟੇਸ਼ਨਾਂ ਦਾ ਵੀ ਬਹੁਤ ਬੁਰਾ ਹਾਲ ਹੈ। ਹਾਲਾਂਕਿ ਉਹ ਰੇਲਵੇ ਵਿਭਾਗ ਦੇ ਅੰਦਰ ਆਉਂਦੇ ਨੇ, ਪਰ ਬੱਸ ਅੱਡੇ ਹੁਣ, ਰੇਲਵੇ ਸਟੇਸ਼ਨ ਹੁਣ, ਜਨਤਕ ਥਾਵਾਂ, ਉੱਥੇ ਸਾਫ਼ ਸਫਾਈ ਦਾ ਬਹੁਤ ਹੀ ਮੰਦਾ ਹਾਲ ਹੁੰਦਾ। ਤੇ ਜੇ ਹੁਣ ਸਾਫ਼ ਸਫਾਈ ਮਹਿਕਮਾ ਵੀ ਰੱਖਣ ਲੱਗ ਜੂਗਾ ਤੇ ਲੋਕਾਂ ਦੇ ਉੱਤੇ ਵੀ ਸਖਤਾਈ ਕਰੂਗਾ ਤਾਂ ਜ਼ਾਹਿਰ ਤੌਰ ਤੇ ਸਫਾਈ ਹੈ ਜਿਹੜੀ ਉਹ ਰਲ ਮਿਲ ਕੇ ਹੀ ਰੱਖੀ ਜਾ ਸਕਦੀ ਹੈ। ਜੇ ਸਫਾਈ ਕਰਨ ਵਾਲੇ ਸਫਾਈ ਕਰੀ ਜਾਣ ਤੇ ਉੱਥੇ ਜਿਹੜੇ ਉਸ ਥਾਂ ਨੂੰ ਵਰਤਣ ਵਾਲੇ ਲੋਕ ਉੱਥੇ ਗੰਦ ਪਾਈ ਜਾਣ ਤੇ ਫਿਰ ਸਫਾਈ ਕਦੇ ਨਹੀਂ ਰਹਿ ਸਕਦੀ। ਸੋ ਸਾਫ਼ ਸਫਾਈ ਦਾ ਜਿਹੜਾ ਮਾਹੌਲ ਹੈ ਉਹ ਪੂਰਾ ਬਣਾ ਕੇ ਰੱਖਿਆ ਜਾਊਗਾ। ਤੇ ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੀਆਰਟੀਸੀ ਅਤੇ ਪਨਬੱਸ ਦੇ ਸਾਰੇ ਜੀਐਮਸ ਨੂੰ ਪਾਵਰ ਦੇ ਦਿੱਤੀ ਹੈ ਕਿ ਉਹ 500 ਮੀਟਰ ਦੇ ਏਰੀਆ ਦੇ ਵਿੱਚ ਬੱਸਾਂ ਚੈੱਕ ਕਰਿਆ ਕਰਨਗੇ। ਕਈ ਵਾਰੀ ਬੱਸਾਂ ਵਾਲੇ ਬੱਸ ਅੱਡਿਆਂ ਦੇ ਅੰਦਰ ਬੱਸਾਂ ਲੈ ਕੇ ਨਹੀਂ ਜਾਂਦੇ, ਬਾਹਰ ਹੀ ਖੜਾ ਦਿੰਦੇ ਨੇ, ਤੇ ਹੁਣ ਜੀਐਮ ਇਹਨਾਂ ਤੇ ਕਾਰਵਾਈ ਕਰ ਸਕਦੇ ਨੇ। ਵੜਿੰਗ ਨੇ ਦੱਸਿਆ ਕਿ ਪਹਿਲਾਂ ਜਿਹੜੀ ਪੀਆਰਟੀਸੀ ਦੇ ਕੋਲ ਹੀ ਗੱਡੀਆਂ ਚੈਕਿੰਗ ਕਰਨ ਦੀ ਪਾਵਰ ਸੀ, ਹੁਣ ਪੀਆਰਟੀਸੀ ਅਤੇ ਪਨਬੱਸ ਦੇ ਵੀ ਸਾਰੇ ਜੀਐਮਸ ਨੂੰ ਇਹ ਪਾਵਰ ਦੇ ਦਿੱਤੀ ਗਈ ਹੈ। ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਕਿ ਆਰਟੀਐਸ ਕੋਲ ਹੀ ਸੀਗੀ ਪਾਵਰ ਕਿ ਜਿਹੜੀਆਂ ਗੱਡੀਆਂ ਚੈਕਿੰਗ ਕਰਨ ਦੀ, ਤੇ ਹੋਰ ਕੋਈ ਨਹੀਂ ਕਰ ਸਕਦਾ ਜਾਂ ਸਾਡੇ ਐਸਡੀਐਮ ਵਗੈਰਾ। ਅਸੀਂ ਹੁਣ ਜੀਐਮਸ ਨੂੰ, ਟੂ ਆਲ ਜੀਐਮਸ, ਰਾਈਟ ਸ਼ਿਵਾ ਜੀ, ਅਸੀਂ ਸਾਰੇ ਜੀਐਮਸ ਨੂੰ ਜਿਹੜੇ ਵੀ ਹੈ ਪੀਆਰਟੀਸੀ ਪਨਬੱਸ ਦੇ, ਅਸੀਂ ਉਹਨਾਂ ਨੂੰ ਇੱਕ ਪਾਵਰ ਦਿੱਤੀ ਹੈ ਕਿ ਹੁਣ ਉਹ 500 ਮੀਟਰ ਦੇ ਏਰੀਆ 'ਚ, ਬੱਸ ਅੱਡਾ ਤੇ 500 ਮੀਟਰ ਦੇ ਏਰੀਆ 'ਚ ਵਿੱਚ ਚੈਕਿੰਗ ਕਰਨਗੇ। ਕਈ ਵਾਰੀ ਬੱਸ ਸਟੈਂਡ ਦੇ ਬਾਹਰ ਬੱਸਿਸ ਖੜੀਆਂ ਹੁੰਦੀਆਂ, ਉਹ ਅੰਦਰ ਲੈ ਕੇ ਨਹੀਂ ਜਾਂਦੇ। ਬਹੁਤ ਸੇ ਲੋਕਾਂ ਨੇ ਅੱਡ ਅੱਡੇ ਬਣਾਏ ਹੋਏ ਜਿਹੜੇ। ਸੋ ਕਿਤੇ ਵੀ ਇਰੈਗੂਲਰਿਟੀਜ਼ ਹੋ ਰਹੀਆਂ ਤਾਂ ਸਾਡੇ ਜੀਐਮਸ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੇ ਬਣਦੀ ਕਾਰਵਾਈ ਕਰ ਸਕਦੇ ਆ। ਪਹਿਲਾਂ ਪਾਵਰ ਇਹ ਜੀਐਮ ਸਾਹਿਬ ਕੋਲੇ ਨਹੀਂ ਸੀ, ਜੇ ਹੁਣੇ ਦਿੱਤੀ ਹੈ 500 ਮੀਟਰ ਦੇ ਦਾਇਰੇ 'ਚ, ਬੱਸ ਸਟੈਂਡ ਤੋਂ 500 ਮੀਟਰ ਦੇ ਦਾਇਰੇ 'ਚ। ਸੋ ਟਰਾਂਸਪੋਰਟ ਵਿਭਾਗ ਦੇ ਵਿੱਚ ਜਿਹੜਾ ਮਾਫੀਆ ਪੈਦਾ ਹੋਇਆ ਪਿਛਲੇ ਕਈ ਸਾਲਾਂ ਤੋਂ, ਉਸ ਨੂੰ ਨੱਥ ਪਾਉਣ ਦੇ ਲਈ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਦਾਨ ਦੇ ਵਿੱਚ ਨੇ, ਤੇ ਦੇਖਣਾ ਇਹ ਹੋਵੇਗਾ ਕਿ ਕਿੰਨਾ ਕੁ ਚਿਰ ਇਹਨਾਂ ਨੂੰ ਕੰਮ ਕਰਨ ਦੇ ਲਈ ਮਿਲਦਾ ਹੈ, ਕਿਉਂਕਿ ਸਭ ਕੁਝ ਜਿਹੜਾ ਡਿਪੈਂਡ ਹੈਗਾ ਉਹ ਆਉਣ ਵਾਲੀ ਸਰਕਾਰ ਤੇ ਹੈਗਾ। ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਰਿਪੀਟ ਹੁੰਦੀ ਹੈ ਜਾਂ ਫਿਰ ਅਕਾਲੀ, ਆਮ ਆਦਮੀ ਪਾਰਟੀ, ਕਿਹੜੀ ਪਾਰਟੀ ਸਰਕਾਰ ਬਣਾਉਣ ਦੇ ਵਿੱਚ ਸਫਲ ਹੁੰਦੀ ਹੈ, ਇਹ ਹਲੇ ਟੋਬੇ ਦੇ ਵਿੱਚ ਪਈ ਇੱਟ ਵਰਗਾ ਹੈਗਾ। ਕਿਉਂਕਿ ਜਿਹੜਾ ਲੋਕਾਂ ਦਾ ਮਿਜਾਜ਼ ਇਸ ਵਾਰੀ ਕੋਈ ਵੀ ਸਮਝ ਨਹੀਂ ਪਾ ਰਿਹਾ ਕਿ ਲੋਕ ਵੋਟਾਂ ਕਿਹਨੂੰ ਪਾਉਣਗੇ। ਕਿਸਾਨੀ ਸੰਘਰਸ਼ ਦੇ ਚੱਲਦਿਆਂ ਲੋਕਾਂ ਨੇ ਤਕਰੀਬਨ ਸਾਰੀਆਂ ਪਾਰਟੀਆਂ ਤੋਂ ਹੀ ਜਿਹੜਾ ਮੂੰਹ ਪਾਸੇ ਕਰ ਰੱਖਿਆ, ਜਿਸ ਵਿੱਚ ਦੇਖਣਾ ਇਹ ਬੜਾ ਦਿਲਚਸਪ ਰਹੂਗਾ, ਬੜਾ ਚੈਲੰਜਿੰਗ ਵੀ ਰਹੂਗਾ ਕਿ ਕਿਹਨੇ ਆਪਣੀ ਸਰਕਾਰ ਬਣਾਉਣੀ ਹੈ। ਕਿਉਂਕਿ ਹਰ ਵਿਭਾਗ ਦੇ ਵਿੱਚ, ਟਰਾਂਸਪੋਰਟ ਹੋਵੇ ਚਾਹੇ ਕੋਈ ਵੀ ਵਿਭਾਗ ਹੋਵੇ, ਮਾਫੀਆ ਜਿਹੜਾ ਹੈਗਾ ਉਹ ਪਿਛਲੇ ਕਈ ਸਾਲਾਂ ਤੋਂ ਆਪਣਾ ਸ਼ਿਕੰਜਾ ਕੱਸ ਕੇ ਬੈਠਾ ਹੈਗਾ, ਹਰੇਕ ਵਿਭਾਗ ਨੂੰ ਖਾਈ ਜਾ ਰਿਹਾ ਹੈ। ਚਾਹੇ ਜਿਹੜਾ ਹੈਗਾ ਟਰਾਂਸਪੋਰਟ ਮਾਫੀਆ ਹੋਵੇ ਜਾਂ ਫਿਰ ਰੇਤ ਮਾਫੀਆ ਹੋਵੇ, ਮੀਡੀਆ ਦੇ ਵਿੱਚ ਵੀ ਮਾਫੀਆ ਆ ਗਿਆ, ਕੇਬਲ ਮਾਫੀਆ ਆ ਗਿਆ। ਸੋ ਬਹੁਤ ਤਰ੍ਹਾਂ ਦੇ ਮਾਫੀਆ ਹੈਗੇ ਨੇ ਜਿਨ੍ਹਾਂ ਨੂੰ ਨੱਥ ਪਾਉਣ ਦੀ ਲੋੜ ਹੈ। ਦੇਖਦੇ ਹਾਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿੱਚ ਕਿੰਨਾ ਕੁ ਸਫਲ ਹੁੰਦੇ ਨੇ। ਸਮਾਂ ਬਹੁਤ ਥੋੜਾ ਹੈ। ਧੰਨਵਾਦ।